ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਲੋਕ ਸਭਾ ਚੋਣਾਂ ਵਿੱਚ ਤੀਜੀ ਧਿਰ। ਦੋਸਤੋ ਇੱਕ ਚੀਜ਼ ਤਾਂ ਆਪਾਂ ਵਾਰ-ਵਾਰ ਚਰਚਾ ਕਰਦੇ ਆਉਂਦੇ ਹਾਂ, ਤੁਹਾਡੇ ਅੱਗੇ ਵੀ ਗੱਲ ਰੱਖਦੇ ਹਾਂ ਵੀ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀ ਸਿਆਸੀ ਧਿਰਾਂ ਸਰਗਰਮ ਹੋ ਚੁੱਕੀਆਂ ਨੇ। ਉਹਨਾਂ ਨੇ ਆਪਣੀ ਚੋਣ ਰਣਨੀਤੀ ਜਿਹੜੀ ਹੈਗੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਉਸੇ ਦਾ ਨਤੀਜਾ ਇਹ ਹੈ ਵੀ ਕਿ ਲੰਘੇ ਦਿਨ ਜਿਹੜਾ ਹੈਗਾ ਦੇਸ਼ 'ਚ ਦੋ ਵੱਡੇ ਗਰੁੱਪ ਇੱਕ ਵਾਰ ਫੇਰ ਆਮੋ ਸਾਹਮਣੇ ਹੁੰਦੇ ਦਿਖਾਈ ਦੇ ਰਹੇ ਨੇ। ਕਿਉਂਕਿ ਇੱਕ ਪਾਸੇ ਜਿੱਥੇ ਭਾਜਪਾ ਦੀ ਅਗਵਾਈ ਹੇਠ NDA ਬਣਿਆ ਹੋਇਆ ਨੈਸ਼ਨਲ ਡੈਮੋਕ੍ਰੇਟਿਕ ਅਲਾਈਅੰਸ, ਜਿਸ ਦੇ ਵਿੱਚ 38 ਰਾਜਨੀਤਿਕ ਪਾਰਟੀਆਂ ਕੱਲ੍ਹ ਸ਼ਾਮਲ ਹੋਈਆਂ ਨੇ ਤੇ ਇਹਨਾਂ ਨੇ ਇਕੱਠੇ ਰਲ ਕੇ ਮਿਲ ਕੇ ਚੋਣਾਂ ਲੜਨ ਦਾ ਕੱਲ੍ਹ ਮਤਾ ਪਾਸ ਕੀਤਾ ਤੇ ਇੱਕ ਤਰ੍ਹਾਂ ਦਾ ਰਸਮੀ ਐਲਾਨ ਹੀ ਕਰ ਦਿੱਤਾ ਵੀ ਕਿ ਅਸੀਂ ਚੋਣਾਂ ਇਕੱਠੇ ਲੜਾਂਗੇ ਲੋਕ ਸਭਾ ਦੀਆਂ। ਅਤੇ ਦੂਜੇ ਪਾਸੇ ਗੱਲ ਕਰੀਏ ਤਾਂ ਦੇਸ਼ ਦੀਆਂ 26 ਸਿਆਸੀ ਧਿਰਾਂ ਨੇ ਜੋ ਕਿ ਭਾਜਪਾ ਵਿਰੋਧੀ ਨੇ, ਉਹਨਾਂ ਨੇ ਜਿਹੜਾ ਹੈਗਾ ਕੱਲ੍ਹ ਇੰਡੀਆ ਨਾਮ ਤੋਂ ਇੱਕ ਅਲਾਇੰਸ ਬਣਾ ਕੇ ਲੋਕ ਸਭਾ ਚੋਣਾਂ ਇਕੱਠੇ ਲੜਨ ਦਾ ਜਿਹੜਾ ਹੈਗਾ ਐਲਾਨ ਕਰ ਦਿੱਤਾ। ਤਾਂ ਇੱਕ ਚੀਜ਼ ਸਪਸ਼ਟ ਹੋ ਚੁੱਕੀ ਹੈ ਵੀ ਕਿ ਇਹ ਜਿਹੜੇ ਲੋਕ ਸਭਾ ਚੋਣਾਂ ਹੋਣਗੀਆਂ 2024 ਦੀਆਂ ਤਾਂ ਬਹੁਤ ਦਿਲਚਸਪ ਰਹਿਣ ਵਾਲੀਆਂ, ਕਿਉਂਕਿ ਪਹਿਲਾਂ ਦੇਖਦੇ ਹੁੰਦੇ ਸੀ ਦੇਸ਼ ਦੀ ਸਿਆਸਤ 'ਚ NDA ਵਰਸਿਸ UPA ਚੋਣਾਂ ਲੜਿਆ ਕਰਦੀ ਸੀ ਅਤੇ ਇਸ ਵਾਰ ਦਿਖ ਰਿਹਾ ਵੀ ਕਿ NDA ਵਰਸਿਸ ਜਿਹੜਾ ਹੈਗਾ ਇੰਡੀਆ ਰਹੇਗਾ। ਪਰ ਦੋਸਤੋ ਜਿੱਥੇ ਭਾਜਪਾ ਵੱਲੋਂ ਦੇਸ਼ ਦੀਆਂ 38 ਰਾਜਨੀਤਿਕ ਪਾਰਟੀਆਂ ਨੂੰ ਇਕੱਠਾ ਕਰਕੇ ਇੱਕ ਮੰਚ 'ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਦੂਜੇ ਪਾਸੇ ਚਾਹੇ ਆਪਾਂ ਗੱਲ ਕਾਂਗਰਸ ਦੀ ਕਰ ਲਈਏ, ਚਾਹੇ ਆਮ ਆਦਮੀ ਪਾਰਟੀ ਦੀ ਕਰ ਲਈਏ, RJD ਦੀ ਕਰ ਲਈਏ, NCP ਦੀ ਕਰ ਲਈਏ, ਜਾਂ ਹੋਰ CPI CPM ਦੀ ਕਰ ਲਈਏ, ਜਾਂ ਹੋਰ ਕਈ ਰਾਜਨੀਤਿਕ ਪਾਰਟੀਆਂ ਇਹੋ ਜਿਹੀਆਂ, ਜੇ ਉਹਨਾਂ ਦੀ ਗੱਲ ਕਰੀਏ ਵਿੱਚ ਸਮਾਜਵਾਦੀ ਪਾਰਟੀ ਵੀ ਆਉਂਦੀ ਹੈ, ਹੋਰ ਵੀ ਹੈ ਕਈ ਪਾਰਟੀਆਂ ਸ਼ਾਮਲ ਨੇ, ਸ਼ਿਵ ਸੈਨਾ ਵੀ ਹੈ, ਉਹਨਾਂ ਵੱਲੋਂ ਇਕੱਠੇ ਹੋ ਕੇ ਚੋਣਾਂ ਲੜੀਆਂ ਜਾ ਰਹੀਆਂ। ਪਰ ਇਸ ਦੇ ਬਾਵਜੂਦ ਹਾਲੇ ਵੀ ਦੇਸ਼ 'ਚ ਦੇ ਵਿੱਚ ਇਹੋ ਜਿਹੀਆਂ ਕਈ ਸਿਆਸੀ ਪਾਰਟੀਆਂ ਰਹਿ ਗਈਆਂ ਨੇ ਜੋ ਕਿ ਦੋਵੇਂ ਹੀ ਅਲਾਇੰਸ ਦਾ ਹਿੱਸਾ ਨਹੀਂ ਬਣ ਰਹੀਆਂ ਅਤੇ ਹਾਲੇ ਤੱਕ ਉਹਨਾਂ ਨੇ ਨਾ ਕੋਈ ਇਹੋ ਜਿਹੀ ਗੱਲ ਕੀਤੀ ਹੈ ਅਤੇ ਹਾਲੇ ਤੱਕ ਉਹਨਾਂ ਦਾ ਸਟੈਂਡ ਇਹੀ ਹੈ ਵੀ ਕਿ ਉਹ ਇਕੱਲੇ ਹੀ ਚੋਣਾਂ ਲੜਨਗੀਆਂ ਅਤੇ ਉਹ ਕਿਸੇ ਨਾਲ ਨਹੀਂ ਜਾਣਗੀਆਂ, ਕਿਸੇ ਵੀ ਅਲਾਇੰਸ ਦੇ ਨਾਲ। ਜੇ ਦੇਖੀਏ ਤਾਂ ਉਹਨਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ, ਇਹ ਬਹੁਜਨ ਸਮਾਜ ਪਾਰਟੀ ਦਾ ਮੁੱਖ ਤੌਰ 'ਤੇ ਜਿਹਦਾ UP ਤੋਂ ਨਾਲ ਸੰਬੰਧਿਤ ਹੈ, ਪਰ ਇਸ ਦਾ ਦੇਸ਼ ਦੇ ਵਿੱਚ ਚੰਗਾ ਇੱਕ ਵੋਟ ਬੈਂਕ ਹੈ ਕਿਉਂਕਿ ਇਹ ਦਲਿਤ ਵਰਗ ਨਾਲ ਜੁੜੀ ਹੋਈ ਪਾਰਟੀ ਹੈ, ਉਸ ਲਈ ਕੰਮਕਾਰ ਕਰਦੀ ਰਹੀ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜਾਬ ਨਾਲ ਜੁੜੀ ਹੋਈ ਹੈ। ਇਸ ਦੇ ਨਾਲ ਹੀ ਅਸੀਂ ਦੇਖੀਏ ਤਾਂ ਤੇਲੰਗਾਨਾ ਦੇ ਵਿੱਚ ਭਾਰਤ ਰਾਸ਼ਟਰ ਸਮਿਤੀ, ਇਸ ਤੋਂ ਇਲਾਵਾ ਜਿਹੜਾ ਹੈਗਾ N ਚੰਦਰ ਨਾਇਡੂ ਦੀ TDP ਆ ਜਾਂਦੀ ਹੈ, ਜਨਤਾ ਦਲ ਸੈਕੂਲਰ ਆ ਜਾਂਦਾ ਹੈ, ਬੀਜੂ ਜਨਤਾ ਦਲ ਆ ਜਾਂਦਾ ਹੈ, YSR ਕਾਂਗਰਸ ਪਾਰਟੀ ਆ ਜਾਂਦੀ ਹੈ। ਕਿਉਂਕਿ ਇਹ ਉਹ ਰਾਜਨੀਤਿਕ ਪਾਰਟੀਆਂ ਜਿਹੜੀਆਂ ਕਿ ਦੋਵੇਂ ਅਲਾਇੰਸ ਦੇ ਨਾਲ ਨਹੀਂ ਗਈਆਂ ਅਤੇ ਹਾਲੇ ਤੱਕ ਇੰਡੀਪੈਂਡੈਂਟ ਤੌਰ 'ਤੇ, ਆਜ਼ਾਦ ਤੌਰ 'ਤੇ ਜਿਹੜਾ ਹੈਗਾ ਚੋਣਾਂ ਲੜਨ ਲਈ ਚੋਣ ਮੈਦਾਨ 'ਚ ਖੜੀਆਂ ਨੇ। ਅਤੇ ਇੰਨਾ ਹੀ ਨਹੀਂ, ਇਹਨਾਂ ਸਿਆਸੀ ਧਿਰਾਂ ਦਾ ਆਪੋ ਆਪਣੇ ਖੇਤਰਾਂ ਦੇ ਵਿੱਚ ਇੱਕ ਅਹਿਮ ਯੋਗਦਾਨ ਹੈ, ਇੱਕ ਇਹਨਾਂ ਦੀ ਆਪਣੀ ਇੰਪੋਰਟੈਂਸ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਭੁਲਾਇਆ ਨਹੀਂ ਜਾ ਸਕਦਾ। ਤਾਂ ਇੱਕ ਚੀਜ਼ ਇਹ ਵੀ ਹੈ ਵੀ ਕਿ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ 2024 ਦੀਆਂ ਲੋਕ ਸਭਾ ਚੋਣਾਂ 'ਚ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਨਾਂ ਚੋਣਾਂ 'ਚ ਇਹਨਾਂ ਦੀ ਵੀ ਅਹਿਮ ਭੂਮਿਕਾ ਰਹਿਣ ਵਾਲੀ ਹੈ। ਕਿਉਂਕਿ ਜਦੋਂ ਆਪਾਂ ਜਿਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨਾਮ ਲਏ ਨੇ, ਇਹ ਉਹ ਰਾਜਨੀਤਿਕ ਪਾਰਟੀਆਂ ਵੀ ਕਿ ਜਿਨ੍ਹਾਂ ਦੇ ਵਿੱਚੋਂ 3 ਰਾਜਨੀਤਿਕ ਪਾਰਟੀਆਂ ਤਾਂ 3 ਸੂਬਿਆਂ 'ਤੇ ਰਾਜ ਕਰ ਰਹੀਆਂ ਨੇ, ਵੀ ਕਿ 3 ਸੂਬਿਆਂ 'ਚ ਸਰਕਾਰਾਂ ਚਲਾ ਰਹੀਆਂ ਨੇ। ਕਿਉਂਕਿ ਤੇਲੰਗਾਨਾ ਦੇ ਵਿੱਚ ਉੱਥੇ ਭਾਰਤ ਰਾਸ਼ਟਰ ਸਮਿਤੀ ਦੀ ਸਰਕਾਰ ਇਸ ਸਮੇਂ ਬਣੀ ਹੋਈ ਹੈ, ਆਂਧਰਾ ਪ੍ਰਦੇਸ਼ ਦੇ ਵਿੱਚ YSR ਕਾਂਗਰਸ ਪਾਰਟੀ ਦੀ ਸਰਕਾਰ ਹੈ, ਅਤੇ ਉੜੀਸਾ ਦੇ ਵਿੱਚ ਬੀਜੂ ਜਨਤਾ ਦਲ ਦੀ ਸਰਕਾਰ ਜਿਹੜੀ ਹੈਗੀ ਹੈ ਇਸ ਸਮੇਂ ਚੱਲ ਰਹੀ ਹੈ। ਅਤੇ ਇਹ ਤਿੰਨੋਂ ਸੂਬੇ ਜੇ ਆਪਾਂ ਦੇਖੀਏ ਤਾਂ ਤਿੰਨੋਂ ਸੂਬੇ ਗੁਆਂਢੀ ਸੂਬੇ ਵੀ ਲੱਗਦੇ ਨੇ, ਤਾਂ ਇਸ ਕਰਕੇ ਇਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਜਿਹੜੀ ਹੈਗੀਆਂ ਕੋਈ ਨਾ ਕੋਈ ਉੱਥੇ ਅਹਿਮ ਭੂਮਿਕਾ ਨਿਭਾਉਣਗੀਆਂ, ਉੱਥੇ ਕੋਈ ਨਾ ਕੋਈ ਇਹਨਾਂ ਦੀ ਆਪਣੀ ਵੱਖਰੀ ਇੱਕ ਇੰਪੋਰਟੈਂਸ ਰਹੇਗੀ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਵੀ ਕਿ ਭਾਵੇਂ ਇਹ ਇਹਨਾਂ 'ਚੋਂ ਕੁਝ ਰਾਜਨੀਤਿਕ ਪਾਰਟੀਆਂ ਪਹਿਲਾਂ ਭਾਜਪਾ ਦੇ ਨਾਲ ਜਾਂਦੀਆਂ ਰਹੀਆਂ, ਪਰ ਹੁਣ ਜੋ ਦੇਸ਼ 'ਚ ਹਾਲਾਤ ਬਣ ਰਹੇ ਨੇ ਜਾਂ ਜੋ ਰਾਜਨੀਤਿਕ ਮਾਹੌਲ ਬਣ ਰਿਹਾ, ਤਾਂ ਸਪਸ਼ਟ ਹੈ ਵੀ ਕਿ ਇਹ ਰਾਜਨੀਤਿਕ ਪਾਰਟੀਆਂ ਕਿਸੇ ਨਾਲ ਨਹੀਂ ਜਾਣਗੀਆਂ, ਬਲਕਿ
ਵੱਖੋ ਵੱਖਰੇ ਤੌਰ 'ਤੇ ਖੁਦ ਆਪਣੇ ਲੈਵਲ 'ਤੇ ਜਿਹੜਾ ਹੈਗਾ ਚੋਣਾਂ ਲੜਨਗੀਆਂ ਅਤੇ ਕੋਈ ਨਾ ਕੋਈ ਜਿਹੜਾ ਅਸਰ ਦੇਸ਼ ਦੀ ਸਿਆਸਤ 'ਤੇ ਜਾਂ ਲੋਕ ਸਭਾ ਚੋਣਾਂ 'ਤੇ ਜ਼ਰੂਰ ਪਾਉਣਗੀਆਂ। ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਵੀ ਕਿ ਪੰਜਾਬ ਦੇ ਵਿੱਚ BSP ਅਤੇ ਸ਼੍ਰੋਮਣੀ ਅਕਾਲੀ ਦਲ ਇਹ ਦੋਵੇਂ ਗੱਠਜੋੜ 'ਚ ਚੱਲ ਰਹੀਆਂ ਨੇ ਅਤੇ ਲੱਗਦਾ ਨਹੀਂ ਹੈ ਵੀ ਕਿ ਇਹ ਕਿਸੇ ਨਾਲ ਜਾਣਗੀਆਂ। ਕਿਉਂਕਿ ਜਦੋਂ ਅਸੀਂ ਗੱਲ NDA ਦੀ ਕਰਦੇ ਹਾਂ ਤਾਂ NDA ਦੇ ਵਿੱਚ ਭਾਜਪਾ ਬੈਠੀ ਹੈ, ਜਿੱਥੇ ਕਿ ਅਕਾਲੀ ਦਲ ਅਤੇ ਉਹਨਾਂ ਦੀ ਵਿਚਾਰਧਾਰਕ ਮਤਭੇਦ ਬਹੁਤ ਜ਼ਿਆਦਾ ਵੱਧ ਚੁੱਕੇ ਨੇ। ਕਿਉਂਕਿ ਜਿੱਥੇ ਭਾਜਪਾ ਦੇਸ਼ ਦੇ ਵਿੱਚ UCC ਲਿਆਉਣ ਦੇ ਦਾਅਵੇ ਕਰ ਰਹੀ ਹੈ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ UCC ਦਾ ਵਿਰੋਧ ਕਰ ਰਿਹਾ। ਤਾਂ ਇਸ ਕਰਕੇ ਇਹਨਾਂ ਦੇ ਜਿਹੜਾ ਹੈਗਾ ਕੁਝ ਨਾ ਕੁਝ ਵਖਰੇਵੇਂ ਦੇਖਣ ਨੂੰ ਮਿਲ ਸਕਦੇ ਨੇ। ਅਤੇ ਦੂਜੇ ਪਾਸੇ ਜੇ ਅਸੀਂ ਦੇਖਦੇ ਹਾਂ ਤਾਂ ਤੇਲੰਗਾਨਾ ਦੇ ਵਿੱਚ ਵੀ ਕੁਝ ਨਾ ਕੁਝ ਮਾਹੌਲ ਇਹੋ ਜਿਹਾ ਦੇਖਣ ਨੂੰ ਮਿਲ ਸਕਦਾ, ਕਿਉਂਕਿ ਉੱਥੇ ਜਿਹੜਾ ਹੈਗਾ ਭਾਰਤੀ ਰਾਸ਼ਟਰ ਸਮਿਤੀ ਅਤੇ ਭਾਜਪਾ ਇਸ ਸਮੇਂ ਦੋਵੇਂ ਆਮੋ ਸਾਹਮਣੇ ਚੱਲ ਰਹੀਆਂ ਨੇ। ਭਾਵੇਂ ਕਿ ਉੱਥੇ ਕਾਂਗਰਸ ਪਾਰਟੀ ਆਪਣੇ ਆਪ ਨੂੰ ਮੁੜ ਤੋਂ ਜਿਹੜਾ ਹੈਗਾ ਉਭਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਉੱਥੇ ਜਿਹੜਾ ਇਹ ਭਾਰਤੀ ਰਾਸ਼ਟਰ ਸਮਿਤੀ ਅਤੇ ਭਾਜਪਾ ਇਹਨਾਂ 'ਚ ਇੱਕ ਬਰਾਬਰ ਦੀ ਟੱਕਰ ਹੋਣ ਕਰਕੇ ਵੀ ਲੱਗਦਾ ਵੀ ਕਿ ਇਸ ਵਾਰ ਇਹ ਲੋਕ ਸਭਾ ਚੋਣਾਂ 'ਚ ਇਕੱਠੇ ਨਹੀਂ ਹੋਣਗੀਆਂ ਅਤੇ ਇਹ ਕਿਤੇ ਨਾ ਕਿਤੇ ਵੱਖੋ ਵੱਖ ਰਹਿ ਸਕਦੀਆਂ ਨੇ। ਪਰ ਉੱਥੇ ਹੀ ਜਦੋਂ ਅਸੀਂ ਗੱਲ ਕਰਦੇ ਹਾਂ YSR ਰੈਡੀ ਦੀ ਪਾਰਟੀ, ਇਹ YSR ਕਾਂਗਰਸ ਦੀ, ਬੀਜੂ ਜਨਤਾ ਦਲ ਦੀ, ਤਾਂ ਉਹਨਾਂ ਨੇ ਦਾ ਵੀ ਇਹੀ ਰੁਝਾਨ ਦਿਖ ਰਿਹਾ ਵੀ ਕਿ ਉਹ ਕਿਸੇ ਨਾਲ ਨਹੀਂ ਜਾਣਗੀਆਂ। ਪਰ ਦੋਸਤੋ, ਜਦੋਂ ਇਹਨਾਂ ਆਪਾਂ 3 ਸੂਬਿਆਂ ਦੀ ਮੁੱਖ ਤੌਰ 'ਤੇ ਗੱਲ ਕਰ ਰਹੇ ਹਾਂ, ਚਾਹੇ ਉਹ ਤੇਲੰਗਾਨਾ ਦੀ ਹੋਵੇ, ਆਂਧਰਾ ਪ੍ਰਦੇਸ਼ ਦੀ ਹੋਵੇ, ਉੜੀਸਾ ਦੀ ਹੋਵੇ, ਤਾਂ ਇੱਕ ਚੀਜ਼ ਸਪਸ਼ਟ ਹੈ ਵੀ ਕਿ ਲੋਕ ਸਭਾ ਚੋਣਾਂ 'ਚ ਇਹਨਾਂ ਦੀ ਇੱਕ ਆਪਣੀ ਅਹਿਮ ਭੂਮਿਕਾ ਹੈ। ਕਿਉਂਕਿ ਇੱਥੇ ਤਿੰਨੋਂ ਸੂਬਿਆਂ ਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਰਾਜ ਕਰ ਰਹੀਆਂ ਨੇ ਉਹ ਹਲੇ ਕਿਸੇ ਅਲਾਇੰਸ ਦਾ ਹਿੱਸਾ ਨਹੀਂ ਬਣੀਆਂ। ਅਤੇ ਜਦੋਂ ਅਸੀਂ ਇਹਨਾਂ ਸੂਬਿਆਂ ਦੀਆਂ ਲੋਕ ਸਭਾ ਸੀਟਾਂ 'ਤੇ ਨਜ਼ਰ ਮਾਰਦੇ ਹਾਂ ਤਾਂ ਸੀਟਾਂ ਦੀ ਗਿਣਤੀ ਛੋਟੀ ਨਹੀਂ ਹੈ, ਸੀਟਾਂ ਦੀ ਗਿਣਤੀ ਬਹੁਤ ਵੱਡੀ ਹੈ। ਕਿਉਂਕਿ ਇਹ ਮੁੱਖ ਤੌਰ 'ਤੇ 3 ਸੂਬਿਆਂ ਦੇ ਵਿੱਚ ਹੀ ਜਿਹੜਾ ਹੈਗਾ 58 ਸੀਟਾਂ ਬਣਦੀਆਂ ਨੇ। ਕਿਉਂਕਿ ਤੇਲੰਗਾਨਾ ਦੇ ਵਿੱਚ ਲੋਕ ਸਭਾ ਦੀਆਂ 17 ਸੀਟਾਂ ਨੇ, ਆਂਧਰਾ ਪ੍ਰਦੇਸ਼ 'ਚ 20 ਸੀਟਾਂ ਨੇ ਅਤੇ ਉੜੀਸਾ ਦੇ ਵਿੱਚ 21 ਸੀਟਾਂ ਨੇ। ਤਾਂ ਇਸ ਤੋਂ ਸਪਸ਼ਟ ਹੈ ਵੀ ਕਿ ਇਹ 58 ਸੀਟਾਂ ਜਿਹੜੀਆਂ ਲੋਕ ਸਭਾ ਚੋਣਾਂ ਲਈ ਕਿੰਨੀਆਂ ਕੁ ਅਹਿਮ ਹੋ ਸਕਦੀਆਂ, ਕਿੰਨੀਆਂ ਕੁ ਅਹਿਮ ਬਣ ਸਕਦੀਆਂ, ਤਾਂ ਇਹ ਕਿਸ ਤੋਂ ਜਿਹੜਾ ਹੈਗਾ ਭੁਲਾਇਆ ਨਹੀਂ ਜਾ ਸਕਦਾ। ਪਰ ਜਦੋਂ ਅਸੀਂ ਇਹਨਾਂ ਰਾਜਨੀਤਿਕ ਪਾਰਟੀਆਂ ਦੀ ਵਰਕਿੰਗ 'ਤੇ ਦੇਖਦੇ ਹਾਂ ਹੋਰ ਹੈ, ਤਾਂ ਉਹ ਵੀ ਕੋਈ ਘੱਟ ਨਹੀਂ ਹੈ। ਜੇ ਮੁੱਖ ਤੌਰ 'ਤੇ ਪਹਿਲਾਂ ਤਾਂ ਅੱਜ ਇੱਕ ਇਸ ਦੇ ਨਾਲ ਹੀ ਹੋਰ ਚੀਜ਼ ਸਾਹਮਣੇ ਆਈ ਹੈ ਵੀ ਕਿ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਸਰਪ੍ਰਸਤ ਨੇ ਮਾਇਆਵਤੀ, ਉਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਰੂਰ ਐਲਾਨ ਕਰ ਦਿੱਤਾ ਵੀ ਕਿ ਉਹ ਲੋਕ ਸਭਾ ਚੋਣਾਂ ਜਿਹੜੇ ਹੈਗੇ ਨੇ ਇੰਡੀਪੈਂਡੈਂਟ ਤੌਰ 'ਤੇ ਲੜਨਗੇ, ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਹਿੱਸਾ ਨਹੀਂ ਬਣਨਗੇ। ਅਤੇ ਉਹਨਾਂ ਨੇ ਕਿਹਾ ਵੀ ਕਿ ਉਹ ਕੇਂਦਰ 'ਚ ਜਿਹੜਾ ਹੈਗਾ ਮੁੱਖ ਤੌਰ 'ਤੇ ਇਹਨਾਂ ਦੋਵੇਂ ਅਲਾਇੰਸ ਦਾ ਤਾਂ ਹਿੱਸਾ ਬਿਲਕੁਲ ਨਹੀਂ ਬਣਨਗੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਵੀ ਕਿ ਉਹ ਭਾਵੇਂ ਸੂਬਾ ਪੱਧਰ 'ਤੇ ਰਾਜਨੀਤਿਕ ਪਾਰਟੀਆਂ ਨਾਲ ਜ਼ਰੂਰ ਗੱਠਜੋੜ ਕਰ ਸਕਦੇ ਨੇ, ਪਰ ਉਹਨਾਂ ਨੇ ਨਾਲ ਇਹ ਵੀ ਇੱਕ ਸ਼ਰਤ ਲਗਾਈ ਹੈ ਵੀ ਕਿ ਜਿਹੜੀ ਵੀ ਰਾਜਨੀਤਿਕ ਪਾਰਟੀ ਨਾਲ ਉਹ ਅਲਾਇੰਸ ਕਰਨਗੇ, ਉਹ ਰਾਜਨੀਤਿਕ ਪਾਰਟੀ ਵੀ ਇਹ ਦੋਵੇਂ ਅਲਾਇੰਸ ਦਾ ਹਿੱਸਾ ਨਹੀਂ ਹੋਣੀ ਚਾਹੀਦੀ। ਇਹ ਐਲਾਨ ਅੱਜ ਮਾਇਆਵਤੀ ਨੇ ਕਰ ਦਿੱਤਾ। ਅਤੇ ਇੱਕ ਚੀਜ਼ ਹੋਰ ਵੀ ਹੈ ਵੀ ਕਿ ਪੰਜਾਬ ਦੇ ਵਿੱਚ ਮਾਇਆਵਤੀ ਦੀ ਜਿਹੜੀ ਪਾਰਟੀ ਹੈ ਬਹੁਜਨ ਸਮਾਜ ਪਾਰਟੀ, ਉਹ ਸ਼੍ਰੋਮਣੀ ਅਕਾਲੀ ਦਲ ਨਾਲ ਅਲਾਇੰਸ 'ਚ ਚੱਲ ਰਹੀ ਹੈ ਅਤੇ ਅਕਾਲੀ ਦਲ ਹਾਲੇ ਤੱਕ ਇਹ ਦੋਵੇਂ ਹੀ ਅਲਾਇੰਸ ਦਾ ਹਿੱਸਾ ਨਹੀਂ ਬਣਿਆ ਅਤੇ ਉਹ ਇਸ ਸਮੇਂ BSP ਦੇ ਨਾਲ ਪੰਜਾਬ 'ਚ ਚੱਲ ਰਿਹਾ। ਤਾਂ ਇੱਕ ਚੀਜ਼ ਹੋ ਸਕਦੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਕਿਤੇ ਨਾ ਕਿਤੇ ਗੱਠਜੋੜ 'ਚ ਚੋਣਾਂ ਲੜ ਸਕਦਾ, ਪਰ ਹਾਲੇ ਤੱਕ ਇਹੋ ਜਿਹੀ ਕੋਈ ਗੱਲ ਕਿਸੇ ਵੀ ਸਿਆਸੀ ਧਿਰ ਵੱਲੋਂ ਨਹੀਂ ਕੀਤੀ ਗਈ, ਇਸ ਲਈ ਕਹਿਣਾ ਬੜਾ ਮੁਸ਼ਕਲ ਹੈ ਕੀ ਹੋਵੇਗਾ। ਪਰ ਦੋਸਤੋ, ਇੱਕ ਚੀਜ਼ ਸਪਸ਼ਟ ਹੈ ਵੀ ਕਿ ਜਿਹੜੀ ਆਪਾਂ ਰਾਜਨੀਤਿਕ ਪਾਰਟੀਆਂ ਦੀ ਚਰਚਾ ਕਰ ਰਹੇ ਹਾਂ, ਗੱਲਬਾਤ ਕਰ ਰਹੇ ਹਾਂ, ਬਹੁਜਨ ਸਮਾਜ ਪਾਰਟੀ ਜਿਸ ਦਾ ਕਿ ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਮੁੱਖ ਤੌਰ 'ਤੇ ਆਧਾਰ ਹੈ ਹੀ ਹੈ, ਉਹ ਦੇਸ਼ ਦੀ ਸਿਆਸਤ ਦੇ ਵਿੱਚ ਵੀ ਆਧਾਰ ਰੱਖਦੀ ਹੈ। ਕਿਉਂਕਿ ਉਸਨੇ ਦਲਿਤ ਵਰਗ ਲਈ ਇੱਕ ਲੰਬਾ ਸਮਾਂ ਕੰਮ ਕੀਤਾ ਹੈ, ਦਲਿਤ ਵਰਗ ਨਾਲ ਸੰਬੰਧਿਤ ਪਾਰਟੀ ਹੈ, ਤਾਂ ਉਸ ਨੂੰ ਜਿਹੜਾ ਹੈਗਾ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਸ਼੍ਰੋਮਣੀ ਅਕਾਲੀ ਦਲ ਪੰਜਾਬ ਨਾਲ ਜੁੜੀ ਹੋਈ ਪਾਰਟੀ ਹੈ, ਭਾਰਤੀ ਰਾਸ਼ਟਰ ਸਮਿਤੀ BRS ਉਹ ਤੇਲੰਗਾਨਾ ਨਾਲ ਜੁੜੀ ਹੋਈ ਹੈ, ਇਹ ਬੀਜੂ ਜਨਤਾ ਦਲ ਜਿਹੜਾ ਉੜੀਸਾ ਦੀ ਹੋਗੀ, YSR ਕਾਂਗਰਸ ਪਾਰਟੀ ਜੋ ਕਿ ਆਂਧਰਾ ਪ੍ਰਦੇਸ਼ ਦੀ ਹੋਗੀ, ਤਾਂ ਉਸ ਤੋਂ ਇਲਾਵਾ ਜਨਤਾ ਦਲ ਸੈਕੂਲਰ ਹੋ ਗਿਆ, ਚੰਦਰਬਾਬੂ ਨਾਇਡੂ ਦੀ TDP ਹੋ ਗਈ। ਇਹ ਰਾਜਨੀਤਿਕ ਪਾਰਟੀਆਂ ਦੀ ਜੇ ਅਸੀਂ ਅੰਕਲਨ ਕਰੀਏ, ਇਹਨਾਂ ਦੀ ਸਾਰੇ ਰਾਜਨੀਤਿਕ ਕੈਰੀਅਰ 'ਤੇ ਨਜ਼ਰ ਮਾਰੀਏ, ਤਾਂ ਇਹ ਰਾਜਨੀਤਿਕ ਪਾਰਟੀਆਂ ਦੇਸ਼ ਦੀ ਸੱਤਾ ਦੇ ਵਿੱਚ ਲਗਭਗ 90 ਤੋਂ 100 ਸੀਟਾਂ 'ਤੇ ਅਸਰ ਪਾਉਂਦੀਆਂ ਨੇ। ਕਿਉਂਕਿ ਜੇ ਮੁੱਖ ਤੌਰ 'ਤੇ ਦੇਖੀਏ ਤਾਂ ਬਹੁਜਨ ਸਮਾਜ ਪਾਰਟੀ ਤਾਂ UP ਦੀ ਹੈ, ਜਿੱਥੇ ਕਿ ਸਭ ਤੋਂ ਵੱਧ ਸੀਟਾਂ ਹੈ,
80 ਦੇ ਕਰੀਬ ਸੀਟਾਂ। ਚਲੋ ਅਸੀਂ ਇਹ ਨਹੀਂ ਕਹਿੰਦੇ ਬਹੁਜਨ ਸਮਾਜ ਪਾਰਟੀ ਸਭ ਤੇ ਜਿਹੜਾ ਹੈਗਾ ਜਿੱਤ ਸਕਦੀ ਹੈ ਜਾਂ ਪ੍ਰਭਾਵ ਪਾਉਂਦੀ ਹੈ, ਪਰ ਕਿਤੇ ਨਾ ਕਿਤੇ ਉਸ ਦਾ ਜਿਹੜਾ ਹੈਗਾ ਵੋਟ ਬੈਂਕ ਹਰ ਸੀਟ ਤੇ ਜ਼ਰੂਰ ਹੈ। ਇਸੇ ਤਰ੍ਹਾਂ ਬਾਕੀ ਰਾਜਨੀਤਿਕ ਪਾਰਟੀਆਂ ਦੇ ਵੀ ਹਾਲ ਹੈ। ਪਰ ਜੋ ਦੇਸ਼ ਦੇ ਵਿੱਚ ਰਾਜਨੀਤਿਕ ਮਾਹੌਲ ਬਣ ਰਿਹਾ, ਜੇਕਰ ਉਹਨਾਂ ਦੇ ਵਿੱਚ ਕੋਈ ਵੋਟਾਂ ਦੀ ਜੋੜ ਤੋੜ ਵੀ ਹੁੰਦੀ ਹੈ, ਕੁਝ ਕਿਸੇ ਦੀ ਵੋਟਾਂ ਘਟਦੀਆਂ, ਕਿਸੇ ਦੀ ਵੱਧਦੀਆਂ, ਉਸ ਦੇ ਬਾਵਜੂਦ ਵੀ ਇੱਕ ਚੀਜ਼ ਸਪਸ਼ਟ ਹੈ ਵੀ ਕਿ ਜਿਹੜੀ ਰਾਜਨੀਤਿਕ ਪਾਰਟੀਆਂ 90 ਤੋਂ 100 ਸੀਟਾਂ 'ਤੇ ਪ੍ਰਭਾਵ ਪਾ ਰਹੀਆਂ ਨੇ, ਉਸ 'ਚੋਂ 40-45 ਸੀਟਾਂ ਜਿੱਤ ਵੀ ਸਕਦੀਆਂ ਨੇ, ਕਿਉਂਕਿ 3 ਸੂਬਿਆਂ ਦੇ ਵਿੱਚ ਤਾਂ ਸਰਕਾਰਾਂ ਚੱਲ ਵੀ ਰਹੀਆਂ ਨੇ। ਇਹ ਉੱਥੇ ਕੁਝ ਨਾ ਕੁਝ ਵਧੀਆ ਰਿਜ਼ਲਟ ਦਿਖਾ ਸਕਦੀਆਂ ਨੇ। ਤਾਂ ਇਸੇ ਤਰ੍ਹਾਂ ਜੇਕਰ ਉਹ 100 ਦੇ ਵਿੱਚੋਂ 40-45 ਸੀਟਾਂ 'ਤੇ ਜਿੱਤ ਹਾਸਲ ਕਰਦੇ ਨੇ ਅਤੇ ਬਾਕੀ ਜਿਹੜੀਆਂ 60 ਦੇ ਕਰੀਬ ਸੀਟਾਂ ਰਹਿ ਜਾਂਦੀਆਂ, 55-60 ਸੀਟਾਂ, ਉਹਨਾਂ 'ਤੇ ਚੰਗਾ ਵੋਟ ਬੈਂਕ ਲੈ ਕੇ ਜਾਂਦੀਆਂ ਨੇ, ਤਾਂ ਇਹ ਤੀਜੀ ਧਿਰ ਜਿਹੜੀ ਹੈਗੀ ਹੈ ਕਿਸੇ ਵੀ ਜੋ ਕਿ ਅਲਾਇੰਸ ਦਾ ਹਿੱਸਾ ਨਹੀਂ ਬਣੀ, ਇਹ 2024 ਦੀਆਂ ਚੋਣਾਂ ਲਈ ਇੱਕ ਅਹਿਮ ਬਣ ਸਕਦੀਆਂ ਨੇ। ਫਿਰ ਦੇਖਣ ਵਾਲੀ ਗੱਲ ਇਹੀ ਹੋਵੇਗੀ ਵੀ ਕਿ ਇਹ ਤੀਜੀ ਧਿਰ ਕਿਸ ਦੇ ਨਾਲ ਜਾਂਦੀ ਹੈ, ਕਿਸ ਨੂੰ ਸਪੋਰਟ ਕਰਦੀ ਹੈ, ਕਿਸ ਦੀ ਹਮਾਇਤ ਕਰਦੀ ਹੈ। ਉਸ ਤੋਂ ਬਾਅਦ ਹੀ ਜਿਹੜਾ ਹੈਗਾ 2024 ਦੀਆਂ ਚੋਣਾਂ ਦੇ ਅਸਲ ਨਤੀਜੇ ਸਭ ਦੇ ਸਾਹਮਣੇ ਆ ਸਕਣਗੇ। ਬਾਕੀ ਇੱਕ ਚੀਜ਼ ਤਾਂ ਸਪਸ਼ਟ ਹੈ ਵੀ ਕਿ ਰਾਜਨੀਤੀ ਦੇ ਵਿੱਚ ਕੁਝ ਵੀ ਜਿਹੜਾ ਹੈਗਾ ਤੈਅ ਨਹੀਂ ਹੁੰਦਾ, ਉਹ ਸਮੇਂ ਦੇ ਨਾਲ ਅਤੇ ਮਾਹੌਲ ਦੇ ਨਾਲ ਅਕਸਰ ਹੀ ਬਦਲਦਾ ਰਹਿੰਦਾ। ਅਤੇ ਹਾਲਾਤ ਜਿਵੇਂ ਕਿ ਦੇਸ਼ 'ਚ ਅੱਜ ਤੋਂ 4 ਦਿਨ ਪਹਿਲਾਂ ਕੁਝ ਹੋਰ ਸੀ, ਅੱਜ ਕੁਝ ਹੋਰ ਹੈ। ਵੀ ਕਿ ਲੋਕ ਸਭਾ ਚੋਣਾਂ ਨੂੰ ਤਾਂ ਹਾਲੇ ਲਗਭਗ 8 ਮਹੀਨੇ ਤੋਂ ਵੱਧ ਸਮਾਂ ਪਿਆ। ਉਦੋਂ ਤੱਕ ਮਾਹੌਲ ਕੀ ਹੋਵੇਗਾ, ਉਹ ਤਾਂ ਰੋਜ਼ ਹੀ ਜਿਹੜਾ ਹੈਗਾ ਚੋਣਾਂ ਦਾ ਮਾਹੌਲ ਬਦਲਣਾ, ਸਿਆਸੀ ਮਾਹੌਲ ਭਖਣਾ ਵੀ ਹੈ। ਤਾਂ ਜੋ ਹਾਲਾਤ ਬਣਦੇ ਜਾਣਗੇ, ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਪਹੁੰਚਾਉਂਦਾ ਜਾਵੇਗਾ, ਤੁਹਾਡੇ ਅੱਗੇ ਰੱਖਦਾ ਰਹੇਗਾ। ਅਤੇ ਕੱਲ੍ਹ ਨੂੰ ਫੇਰ ਇਸੇ ਸਮੇਂ ਇੱਕ ਨਵੇਂ ਮੁੱਦੇ 'ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ। ਅਰਪਿਤ ਸਰ।